स्वागत किया जाता तुहाडे अपने चैनल एग्जाम स्टडी दे विच। मैं इंदर। अज का जिहड़ा अपना टॉपिक आ वो हैगा जी जहांगीर। अज आपां जहांगीर टॉपिक के नाल रिलेटेड जिहड़े 80 MCQs ने इस वीडियो दे विच कवर करांगे, जिहड़े कि तुहाडे एग्जाम के पॉइंट ऑफ व्यू तो बहुत ही ज़्यादा जरूरी ने। इसलिए वीडियो नूं शुरू तो लैके एंड तक ध्यान दे नाल देखना जी। तो चलो वीडियो शुरू करते हैं जी। प्रश्न नंबर पहला, जहांगीर का पूरा नाम की सी? तो इहदे विच चार ऑप्शन आ जाते हैं जी अपने कोल। असलम मुहम्मद जहांगीर, जलालुद्दीन मुहम्मद जहांगीर, सलीम मुहम्मद जहांगीर ਜਾਂ ਨੂਰੂਦੀਨ ਮੁਹੰਮਦ ਜਹਾਂਗੀਰ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਆਪਸ਼ਨ ਨੰਬਰ 4 ਨੂਰੂਦੀਨ ਮੁਹੰਮਦ ਜਹਾਂਗੀਰ, ਜਿਹੜਾ ਸੀਗਾ ਜਹਾਂਗੀਰ ਦਾ ਪੂਰਾ ਨਾਂ ਸੀਗਾ। ਪ੍ਰਸ਼ਨ ਨੰਬਰ 2, ਜਹਾਂਗੀਰ ਦਾ ਬਚਪਨ ਦਾ ਨਾਂ ਕੀ ਸੀ? ਤਾਂ ਇਹਦੇ ਵਿੱਚ ਚਾਰ ਆਪਸ਼ਨ ਆ ਜਾਂਦੇ ਨੇ ਜੀ ਆਪਣੇ ਕੋਲ, ਸਲੀਮ, ਵਸੀਰ, ਨਸੀਮ ਤੇ ਸੁਹੇਲ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਆਪਸ਼ਨ ਨੰਬਰ 1 ਸਲੀਮ, ਜਿਹੜਾ ਜਹਾਂਗੀਰ ਨੂੰ ਬਚਪਨ ਦੇ ਵਿੱਚ ਸਲੀਮ ਕਿਹਾ ਜਾਂਦਾ ਸੀਗਾ। ਪ੍ਰਸ਼ਨ ਨੰਬਰ 3, ਜਹਾਂਗੀਰ ਦੀ ਮਾਂ ਦਾ ਕੀ ਨਾਂ ਸੀਗਾ? ਤਾਂ ਚਾਰ ਆਪਸ਼ਨ ਆ ਜਾਂਦੇ ਨੇ ਜੀ, ਹਮੀਦਾ ਬਾਨੋ, रुकैया बेगम, गुसैया नूरानी या मरियम उज जमानी। तो ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਆਪਸ਼ਨ ਨੰਬਰ 4 ਮਰੀਮ ਉਜ ਜਮਾਨੀ, ਜਿਹੜਾ ਇਹਦੀ ਮਾਂ ਦਾ ਨਾਂ ਸੀਗਾ। ਪ੍ਰਸ਼ਨ ਨੰਬਰ 4, ਮਰੀਮ ਉਜ ਜਮਾਨੀ ਕਿਸ ਨਾਂ ਦੇ ਨਾਲ ਮਸ਼ਹੂਰ ਸੀ? ਤੇ ਇਹਦੇ ਵਿੱਚ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੇ ਨੇ ਜੀ, ਜੋਧਾ ਬਾਈ, ਜਗਤ ਗੁਸਈਆ, ਮਲਿਕਾ ਜਹਾਂ, ਸ਼ਾਹ ਨੂਰੀ ਬੇਗਮ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਆਪਸ਼ਨ ਨੰਬਰ 1 ਜੋਧਾ ਬਾਈ ਦੇ ਨਾਂ ਨਾਲ ਜਿਹੜੀ ਸੀਗੀ ਇਹ ਮਸ਼ਹੂਰ ਸੀਗੀ ਮਰੀਮ ਉਜ ਜਮਾਨੀ। ਪ੍ਰਸ਼ਨ ਨੰਬਰ 5, ਜਹਾਂਗੀਰ ਦੇ ਪਿਤਾ ਦਾ ਨਾਂ ਕੀ ਸੀ? ਤਾਂ ਇਹਦੇ ਵਿੱਚ ਚਾਰ ਆਪਸ਼ਨ ਆ ਜਾਂਦੇ ਨੇ ਜੀ, ਬਾਬਰ, ਅਕਬਰ, ਹਮਾਯੂ ਜਾਂ ਸ਼ਾਹਜਹਾਂ। ਤਾਂ ਜਿਹੜਾ ਜਹਾਂਗੀਰ ਦਾ ਪਿਤਾ ਸੀਗਾ ਉਹ ਸੀਗਾ ਅਕਬਰ। ਆਪਸ਼ਨ ਨੰਬਰ 2 ਆਪਣੇ ਕੋਲ ਰਾਈਟ ਆ ਜੂਗੀ ਜੀ। ਨੰਬਰ 6, ਜਹਾਂਗੀਰ ਦਾ ਜਨਮ ਫਤਿਹਪੁਰ ਸਿਕਰੀ ਵਿੱਚ ਸ਼ੇਖ ਸਲੀਮ ਚਿਸ਼ਤੀ ਦੀ ਝੌਪੜੀ ਵਿੱਚ ਕਦੋਂ ਹੋਇਆ ਸੀ? ਤਾਂ ਇਹਦੇ ਵਿੱਚ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੇ ਨੇ ਜੀ, 30 ਅਗਸਤ 1569 ਈਸਵੀ ਨੂੰ, 28 ਅਗਸਤ 1570 ਈਸਵੀ ਨੂੰ, 30 ਅਗਸਤ 1559 ਈਸਵੀ ਨੂੰ ਜਾਂ 27 ਸਤੰਬਰ 1569 ਈਸਵੀ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਆਪਸ਼ਨ ਨੰਬਰ 1 30 ਅਗਸਤ 1569 ਈਸਵੀ ਨੂੰ ਜਿਹੜਾ ਸ਼ੇਖ ਸਲੀਮ ਚਿਸ਼ਤੀ ਦੀ ਝੌਪੜੀ ਦੇ ਵਿੱਚ ਜਹਾਂਗੀਰ ਦਾ ਜਨਮ ਹੋਇਆ ਸੀ। ਪ੍ਰਸ਼ਨ ਨੰਬਰ 7, ਅਕਬਰ ਜਹਾਂਗੀਰ ਨੂੰ ਕਿਸ ਨਾਂ ਨਾਲ ਬੁਲਾਉਂਦਾ ਹੁੰਦਾ ਸੀ? ਤਾਂ ਇਹਦੇ ਵਿੱਚ ਚਾਰ ਆਪਸ਼ਨ ਆ ਜਾਂਦੇ ਨੇ, ਸ਼ੇਖ ਅਲੀ, ਮਿਰਜ਼ਾ, ਅਲੀ ਬਾਬਾ, ਸੇਖੂ ਬਾਬਾ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਆਪਸ਼ਨ ਨੰਬਰ 4 ਸੇਖੂ ਬਾਬਾ ਕਹਿ ਕੇ ਜਿਹੜਾ ਵਾ ਅਕਬਰ ਜਹਾਂਗੀਰ ਨੂੰ ਬੁਲਾਉਂਦਾ ਹੁੰਦਾ ਸੀ। ਪ੍ਰਸ਼ਨ ਨੰਬਰ 8, ਜਹਾਂਗੀਰ ਦੀ ਪਤਨੀ ਦਾ ਕੀ ਨਾਂ ਸੀ? ਤਾਂ ਇਹਦੇ ਵਿੱਚ ਚਾਰ ਆਪਸ਼ਨ ਆ ਜਾਂਦੇ ਨੇ ਜੀ ਆਪਣੇ ਕੋਲ, ਗੁਲਬਦਨ ਬੇਗਮ, ਹਮੀਦਾ ਬੇਗਮ, ਨੂਰ ਜਹਾਂ ਜਾਂ ਆਸਫਾ ਨੂਰੀ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 3 ਨੂਰ ਜਹਾਂ, ਜਿਹੜੀ ਸੀਗੀ ਜਹਾਂਗੀਰ ਦੀ ਪਤਨੀ ਸੀਗੀ। ਜਹਾਂਗੀਰ ਦੀ ਪਤਨੀ ਨੂਰ ਜਹਾਂ ਦਾ ਅਸਲੀ ਨਾਂ ਕੀ ਸੀ? ਤਾਂ ਇਹਦੇ ਵਿੱਚ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੇ ਨੇ ਜੀ, ਗੁਲਬਦਨ ਬੇਗਮ, ਹਮੀਦਾ ਬੇਗਮ, ਮਹਿਰੂਨਿਸਾ ਜਾਂ ਆਸਿਫਾ ਨੂਰੀ। ਤਾਂ ਜਿਹੜਾ ਨੂਰ ਜਹਾਂ ਦਾ ਅਸਲੀ ਨਾਂ ਸੀਗਾ ਉਹ ਸੀਗਾ ਜੀ ਮਹਿਰੂਨਿਸਾ। ਆਪਸ਼ਨ ਨੰਬਰ 3 ਜਿਹੜਾ ਆਪਣੇ ਕੋਲ ਰਾਈਟ ਆ ਜਾਊਗਾ। ਪ੍ਰਸ਼ਨ ਨੰਬਰ 10, ਜਹਾਂਗੀਰ ਦਾ ਗੁਰੂ ਕੌਣ ਸੀ? ਮਿਰਜ਼ਾ ਗਿਆਸ ਬੇਗ, ਅਬਦੁਲ ਰਹੀਮ ਖਾਨ ਖਾਨਾ, ਮੁਹੰਮਦ ਹੁਸੈਨ ਜਾਂ ਹਕੀਮ ਹੁਕਾਮ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਆਪਸ਼ਨ ਨੰਬਰ 2 ਅਬਦੁਲ ਰਹੀਮ ਖਾਨ ਖਾਨਾ ਸੀਗਾ ਜਿਹੜਾ ਇਹ ਜਹਾਂਗੀਰ ਦਾ ਗੁਰੂ ਸੀਗਾ। ਪ੍ਰਸ਼ਨ ਨੰਬਰ 11, ਜਹਾਂਗੀਰ ਗਾਜੀ ਦੀ ਉਪਾਧੀ ਧਾਰਨ ਕਰਕੇ ਆਗਰਾ ਦੀ ਗੱਦੀ 'ਤੇ ਕਦੋਂ ਬੈਠਿਆ ਸੀ? ਤਾਂ ਇਹਦੇ ਵਿੱਚ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੇ ਨੇ ਜੀ, 24 ਅਕਤੂਬਰ 1604 ਈਸਵੀ ਨੂੰ, 24 ਅਕਤੂਬਰ 1605 ਈਸਵੀ ਨੂੰ, 27 ਅਕਤੂਬਰ 1606 ਈਸਵੀ ਨੂੰ ਜਾਂ 30 ਅਕਤੂਬਰ 1605 ਈਸਵੀ ਨੂੰ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 2 24 ਅਕਤੂਬਰ 1605 ਈਸਵੀ ਨੂੰ ਆ ਜਿਹੜਾ ਗਾਜੀ ਦੀ ਉਪਾਧੀ ਧਾਰਨ ਕਰਕੇ ਜਿਹੜਾ ਇਹ ਰਾਜਗੱਦੀ 'ਤੇ ਬੈਠਿਆ ਸੀਗਾ। ਪ੍ਰਸ਼ਨ ਨੰਬਰ 12, ਮੁਗਲ ਸ਼ਾਸਕ ਬਣਨ ਤੋਂ ਮਗਰੋਂ ਜਹਾਂਗੀਰ ਨੇ ਲੋਕ ਕਲਿਆਣ ਦੇ ਉਦੇਸ਼ ਲਈ ਕਿੰਨੇ ਆਦੇਸ਼ਾਂ ਦੀ ਘੋਸ਼ਣਾ ਕੀਤੀ? ਤਾਂ ਇਹਦੇ ਵਿੱਚ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੇ ਨੇ ਜੀ, 10, 12, 14, 15। ਤਾਂ ਕਿੰਨੇ ਆਦੇਸ਼ਾਂ ਦੀ ਘੋਸ਼ਣਾ ਕੀਤੀ ਸੀ? ਤਾਂ ਉਹ ਕੀਤੀ ਸੀਗੀ ਜੀ 12 ਆਦੇਸ਼ਾਂ ਦੀ। ਆਪਸ਼ਨ ਨੰਬਰ 2 ਆਪਣੇ ਕੋਲ ਰਾਈਟ ਆ ਜਾਊਗਾ। ਪ੍ਰਸ਼ਨ ਨੰਬਰ 13, ਜਹਾਂਗੀਰ ਦੇ ਕਿਸ ਆਦੇਸ਼ ਅਨੁਸਾਰ ਸ਼ਰਾਬ ਦੀ ਵਿਕਰੀ 'ਤੇ ਪ੍ਰਤੀਬੰਧ ਲਗਾ ਦਿੱਤਾ ਸੀ? ਤਾਂ ਇਹਦੇ ਵਿੱਚ ਚਾਰ ਆਪਸ਼ਨ ਆ ਜਾਂਦੇ ਨੇ ਜੀ ਆਪਣੇ ਕੋਲ, ਪਹਿਲੇ ਆਦੇਸ਼ 'ਤੇ, ਦੂਜੇ ਆਦੇਸ਼ 'ਤੇ, ਪੰਜਵੇਂ ਆਦੇਸ਼ 'ਤੇ ਜਾਂ ਸੱਤਵੇਂ ਆਦੇਸ਼ 'ਤੇ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਆਪਸ਼ਨ ਨੰਬਰ 3 ਪੰਜਵੇਂ ਆਦੇਸ਼ ਦੇ ਉੱਤੇ। ਪ੍ਰਸ਼ਨ ਨੰਬਰ 14, ਜਹਾਂਗੀਰ ਦੇ ਕਿਸ ਆਦੇਸ਼ ਦੇ ਅਨੁਸਾਰ ਤਗਮੀ ਨਾਂ ਦੇ ਕਰ ਦੀ ਵਸੂਲੀ 'ਤੇ ਪ੍ਰਤੀਬੰਧ ਲਗਾ ਦਿੱਤਾ ਸੀ? ਤਾਂ ਇਹਦੇ ਵਿੱਚ ਚਾਰ ਆਪਸ਼ਨ ਆ ਜਾਂਦੇ ਨੇ, ਪਹਿਲੇ ਆਦੇਸ਼ 'ਤੇ, ਦੂਜੇ ਆਦੇਸ਼ 'ਤੇ, ਪੰਜਵੇਂ ਆਦੇਸ਼ 'ਤੇ ਜਾਂ ਸੱਤਵੇਂ ਆਦੇਸ਼ 'ਤੇ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਆਪਸ਼ਨ ਨੰਬਰ 1 ਪਹਿਲੇ ਆਦੇਸ਼ 'ਤੇ। ਪ੍ਰਸ਼ਨ ਨੰਬਰ 15, ਜਹਾਂਗੀਰ ਨੇ ਹਫ਼ਤੇ ਵਿੱਚ ਵੀਰਵਾਰ ਜਿਸ ਦਿਨ ਜਹਾਂਗੀਰ ਰਾਜਾ ਬਣਿਆ ਸੀ ਅਤੇ ਐਤਵਾਰ ਜਿਸ ਦਿਨ ਅਕਬਰ ਦਾ ਜਨਮ ਦਿਨ ਸੀ, 2 ਦਿਨਾਂ ਦੇ ਵਿੱਚ ਕਿਸ ਕੰਮ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ? ਤਾਂ ਇਹਦੇ ਵਿੱਚ ਚਾਰ ਆਪਸ਼ਨ ਆ ਜਾਂਦੇ ਨੇ, ਸ਼ਰਾਬ ਪੀਣ 'ਤੇ, ਪਸ਼ੂ ਹੱਤਿਆ 'ਤੇ, ਤੰਬਾਕੂ ਦਾ ਪ੍ਰਯੋਗ ਕਰਨ 'ਤੇ ਜਾਂ ਵਿਆਹ ਕਰਨ 'ਤੇ।
तो जी पूर्ण तौर पर रोक लगवाई सी 2 दिन वो लगवाई सी पशु हत्या ते। ऑप्शन नंबर 2 अपने को राइट आ जाऊगा। प्रश्न नंबर 16 जहांगीर ने अपनी प्रजा ਨੂੰ किस नियम की पालना करने ਲਈ प्रेरित किया। तो 4 ऑप्शन आ जाते हैं जी दस्तूर उल अमल, दस्तूर अल असर, दस्तूर उल फ़खर या नादिर उल अमल। तो जोड़ा ये राइट आंसर आऊगा जी वो आऊगा ऑप्शन नंबर 1 दस्तूर उल अमल। ये जोड़ा नियम की पालना करने के लिए जोड़ा जहांगीर ने अपनी प्रजा को प्रेरित किया सीगा। प्रश्न नंबर 17 1606 ईस्वी में जहांगीर का सब तो पहला किसने विद्रोह किया सी। तो ये 4 ऑप्शन आ जाते हैं अपने को जहांदार, परवेज, खुर्रम या खुसरो। तो जोड़ा ये राइट आंसर आऊगा वो आऊगा ऑप्शन नंबर 4 खुसरो। खुसरो ने सब तो पहला जहांगीर के नाल विद्रोह किया सीगा। प्रश्न नंबर 18 खुसरो किस दा पुत्र सी। तो ये 4 ऑप्शन आ जाते हैं अपने को अकबर, जहांगीर, शाहजहां या हमायूं। तो ये जो राइट आंसर आऊगा वो आऊगा ऑप्शन नंबर 2 जहांगीर। जोड़ा खुसरो सीगा ये जहांगीर का पुत्र सी। प्रश्न नंबर 19 जहांगीर और खुसरो विचकार किहड़ा युद्ध होया सी। तो ये 4 ऑप्शन आ जाते हैं जी घाघरा का युद्ध, अलीवाल का युद्ध, भैरोवाल का युद्ध या सामूगढ़ का युद्ध। तो जोड़ा जहांगीर और खुसरो के विचकार युद्ध होया सी वो होया सी भैरोवाल का युद्ध। तो ये अपने को ऑप्शन नंबर 3 जोड़ा वो राइट आ जाऊगा। प्रश्न नंबर 20 किहड़े सिख गुरु ने खुसरो की सहायता की सी। तो ये अपने को 4 ऑप्शन आ जाते हैं जी गुरु अंगद देव ने, गुरु रामदास जी ने, गुरु अर्जन देव जी ने या गुरु गोबिंद सिंह जी ने। तो ये राइट आंसर आऊगा वो आऊगा ऑप्शन नंबर 3 गुरु अर्जन देव जी। गुरु अर्जन देव जी ने यदी माली तो जी हैगी आशीर्वाद के नाल सहायता की सी खुसरो की। प्रश्न नंबर 21 गुरु अर्जन देव जी किस दे समकालीन सन। तो ये 4 ऑप्शन आ जाते हैं बाबर दे, अकबर दे, हमायूं दे या जहांगीर दे। तो जोड़ा राइट आंसर आऊगा जी वो आऊगा ऑप्शन नंबर 4 जहांगीर दे जोड़े समकालीन सन गुरु अर्जन देव जी। प्रश्न नंबर 22 जहांगीर ने सिखां दे किस गुरु को शहीद करवा दिता सी। तो ये 4 ऑप्शन आ जाते हैं गुरु अंगद देव जी को, गुरु रामदास जी को, गुरु अर्जन देव जी को, गुरु गोबिंद सिंह जी को। तो जहांगीर ने सिखां दे किहड़े गुरु को शहीद करवाया सी वो करवाया सीगा गुरु अर्जन देव जी को। 5वें गुरु सीगे जिहड़े सिखां दे। प्रश्न नंबर 23 राजकुमार खुसरो की हत्या किसने करवा दी सी। तो ये 4 ऑप्शन आ जाते हैं जहांगीर ने, शाहजहां ने, जहादार ने या परवेज ने। तो ये जो राइट आंसर आऊगा वो आऊगा ऑप्शन नंबर 2 शाहजहां। शाहजहां ने ही खुसरो की जी हत्या करवा दी सी। प्रश्न नंबर 24 राजकुमार खुर्रम को जहांगीर ने किहड़ी उपाधि दी सी। तो ये 4 ऑप्शन आ जाते हैं अपने को नादिर उल उस, किरनेसानी, बादशाह गाजी या शाहजहां। तो किहड़ी उपाधि दी सी खुर्रम को शाहजहां की। ऑप्शन नंबर 4 अपने को राइट आ जाऊगा। प्रश्न नंबर 25 गुरेला युद्ध प्रणाली की शुरुआत किसने की सी। तो 4 ऑप्शन आ जाते हैं जहांगीर ने, शाहजहां ने, मलिक अंबर ने या औरंगजेब ने। तो ये राइट आंसर आऊगा जी वो आऊगा ऑप्शन नंबर 3 मलिक अंबर ने। मलिक अंबर ने जी सब तो पहला जी है गुरेला युद्ध प्रणाली की शुरुआत की सी। प्रश्न नंबर 26 इकबालनामा ए जहांगीरी को किसने लिखा है। तो ये 4 ऑप्शन आ जाते हैं जी अपने को असफा खां, मौतबिंद खां, शहजार या अबुल हसन। तो ये राइट आंसर आऊगा जी वो आऊगा ऑप्शन नंबर 2 मौतबिंद खां ने। प्रश्न नंबर 27 किस मुगल शासक ने अपनी आत्मकथा फारसी में लिखी। तो ये 4 ऑप्शन आ जाते हैं बाबर, अकबर, शाहजहां या जहांगीर। तो ये राइट आंसर आऊगा वो आऊगा ऑप्शन नंबर 4 जहांगीर। जहांगीर ने जी अपनी आत्मकथा सी फारसी के लिखी सी। प्रश्न नंबर 28 किस मुगल शासक ने पिता के हुंदियां राजगद्दी प्राप्त करने की कोशिश की। तो ये 4 ऑप्शन आ जाते हैं जी औरंगजेब ने, खुसरो ने, शाहजहां ने या जहांगीर ने। तो अपने पिता के हुंदियां राजगद्दी प्राप्त करने की कोशिश की सी जहांगीर ने। ऑप्शन नंबर 4 अपने को राइट आऊगा। प्रश्न नंबर 29 भारत में तंबाकू की खेती किस दे शासन काल में आरंभ हुई। तो ये अपने को 4 ऑप्शन आ जाते हैं जी बाबर, अकबर, शाहजहां या जहांगीर। तो जी तंबाकू की खेती सी ये जहांगीर के शासन काल के आरंभ हुई सी। ऑप्शन नंबर 4 आगा जो अपने को राइट आऊगा। प्रश्न नंबर 30 किहड़े मुगल शासक ने तंबाकू ते रोक लगाई। तो ये 4 ऑप्शन आ जाते हैं बाबर, मुहम्मद शाह ने, जहांगीर ने या औरंगजेब ने। तो जी तंबाकू के उत्ते रोक लगाई सी वो लगाई सी जहांगीर ने। ऑप्शन नंबर 3 अपने को राइट आऊगा। प्रश्न नंबर 31 किस मुगल शासक के चांदी के सिक्किਆਂ ते राशि चक्कर बनया होया सी। तो ये 4 ऑप्शन आ जाते हैं अपने को अकबर दे, शाहजहां दे, जहांगीर दे या औरंगजेब दे।
ਤਾਂ ਜਿਹੜਾ ਰਾਸ਼ੀ ਚੱਕਰ ਸੀਗਾ ਉਹ ਬਣਿਆ ਹੋਇਆ ਸੀਗਾ ਜਹਾਂਗੀਰ ਦੇ ਚਾਂਦੀ ਦੇ ਸਿੱਕਿਆਂ ਤੇ। ਆਪਸ਼ਨ ਨੰਬਰ 3 ਹੈਗਾ ਆਪਣੇ ਕੋਲ ਰਾਈਟ ਆ ਜੂਗਾ। ਪ੍ਰਸ਼ਨ ਨੰਬਰ 32 ਸਭ ਤੋਂ ਪਹਿਲਾਂ ਕਿਸ ਮੁਗਲ ਸ਼ਾਸਕ ਨੇ ਰਾਜਾ ਦੀ ਬਣੀ ਮੂਰਤੀ ਵਾਲੇ ਸਿੱਕੇ ਚਲਾਏ ਸੀ? ਅਕਬਰ ਨੇ, ਸ਼ਾਹਜਹਾਂ ਨੇ, ਜਹਾਂਗੀਰ ਨੇ ਜਾਂ ਔਰੰਗਜ਼ੇਬ ਨੇ? ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 3 ਜਹਾਂਗੀਰ ਨੇ। ਜਹਾਂਗੀਰ ਨੇ ਹੀ ਜਿਹੜਾ ਸਭ ਤੋਂ ਪਹਿਲਾਂ ਰਾਜਾ ਦੀ ਮੂਰਤੀ ਬਣੀ ਵਾਲੇ ਜਿਹੜੇ ਸਿੱਕੇ ਸੀਗੇ ਉਹ ਚਲਾਏ ਸੀ। ਪ੍ਰਸ਼ਨ ਨੰਬਰ 33 ਜਹਾਂਗੀਰ ਦੀਆਂ ਪਤਨੀਆਂ ਵਿੱਚੋਂ ਕਿਹੜੀ ਪਤਨੀ ਰਾਜਪੂਤ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ ਆਪਣੇ ਕੋਲ, ਸੁਹੇਲਾ ਬਾਨੋ, ਸਾਹਿਬ ਜਮਾਲ, ਮਲਿਕਾ ਜਹਾਂ, ਨੂਰੁਨਿਸਾ ਬੇਗਮ। ਤਾਂ ਇਹਨਾਂ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 3 ਮਲਿਕਾ ਜਹਾਂ ਸੀਗੀ ਜਿਹੜੀ ਉਹ ਰਾਜਪੂਤ ਪਤਨੀ ਸੀਗੀ ਇਹਨਾਂ ਦੀ। ਪ੍ਰਸ਼ਨ ਨੰਬਰ 34 ਜਹਾਂਗੀਰ ਦੀ ਕਿਹੜੀ ਰਾਣੀ ਜ਼ਹਿਰ ਖਾ ਕੇ ਮਰ ਗਈ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਆਪਣੇ ਕੋਲ, ਮਾਨਬਾਈ, ਹਰਖਾਬਾਈ, ਜੋਧਪੁਰ ਬੇਗਮ, ਜੇਬ ਉਨ ਨਿਸ਼ਾ। ਤਾਂ ਜਿਹੜੀ ਜ਼ਹਿਰ ਖਾ ਕੇ ਮਰ ਗਈ ਸੀ ਰਾਣੀ ਉਹ ਸੀਗੀ ਮਾਨਬਾਈ। ਆਪਸ਼ਨ ਨੰਬਰ 1 ਆਪਣੇ ਕੋਲ ਰਾਈਟ ਆ ਜੂਗਾ ਜੀ। ਪ੍ਰਸ਼ਨ ਨੰਬਰ 35 ਜਹਾਂਗੀਰ ਨੇ ਆਪਣੀਆਂ ਪਤਨੀਆਂ ਵਿੱਚੋਂ ਕਿਸ ਨੂੰ ਬਾਦਸ਼ਾਹ ਬੇਗਮ ਦੀ ਉਪਾਧੀ ਦਿੱਤੀ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ, ਨੂਰਜਹਾਂ, ਮਾਨਬਾਈ, ਸੁਹੇਲਾ ਬਾਨੋ ਜਾਂ ਸਾਹਿਬ ਜਮਾਲ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 1 ਨੂਰਜਹਾਂ। ਨੂਰਜਹਾਂ ਨੂੰ ਜਿਹੜੀ ਹੈਗੀ ਬਾਦਸ਼ਾਹ ਬੇਗਮ ਦੀ ਉਪਾਧੀ ਪ੍ਰਦਾਨ ਕੀਤੀ ਸੀਗੀ ਜਹਾਂਗੀਰ ਨੇ। ਪ੍ਰਸ਼ਨ ਨੰਬਰ 36 ਮੁਗਲ ਅਤੇ ਮੇਵਾੜ ਦੇ ਰਾਣਾ ਦੇ ਵਿਚਕਾਰ ਚਿਤੌੜ ਦੀ ਸੰਧੀ ਕਿਸ ਮੁਗਲ ਸ਼ਾਸਕ ਦੇ ਸ਼ਾਸਨਕਾਲ ਦੌਰਾਨ ਹੋਈ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ, ਅਕਬਰ ਦੇ, ਸ਼ਾਹਜਹਾਂ ਦੇ, ਜਹਾਂਗੀਰ ਦੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਜਿਹੜੀ ਚਿਤੌੜ ਦੀ ਸੰਧੀ ਸੀਗੀ ਉਹ ਕਿਸ ਮੁਗਲ ਸ਼ਾਸਕ ਦੇ ਸ਼ਾਸਨਕਾਲ ਦੌਰਾਨ ਹੋਈ ਸੀ? ਉਹ ਹੋਈ ਸੀ ਜਹਾਂਗੀਰ ਦੇ। ਆਪਸ਼ਨ ਨੰਬਰ 3 ਆਪਣੇ ਕੋਲ ਰਾਈਟ ਆ ਜੂਗਾ। ਪ੍ਰਸ਼ਨ ਨੰਬਰ 37 ਹੇਠ ਲਿਖਿਆਂ ਵਿੱਚੋਂ ਕਿਸ ਮੁਗਲ ਸ਼ਾਸਕ ਨੂੰ ਜਹਾਂਗੀਰ ਨੇ ਕੈਦੀ ਬਣਾਇਆ ਸੀ? ਤਾਂ ਇਹਦੇ 4 ਆਪਸ਼ਨ ਆ ਜਾਂਦੇ ਨੇ ਜੀ, ਮੀਆਂ ਮੀਰ, ਗੋਸਾਈ ਜਦਰੂਪ, ਗੁਰੂ ਰਾਮਦਾਸ ਜੀ ਜਾਂ ਸ਼ੇਖ ਅਹਿਮਦ ਸਰਹਿੰਦੀ। ਤਾਂ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 4 ਸ਼ੇਖ ਅਹਿਮਦ ਸਰਹਿੰਦੀ ਨੂੰ ਆ ਜਿਹੜਾ ਜਹਾਂਗੀਰ ਨੇ ਕੈਦੀ ਬਣਾ ਲਿਆ ਸੀਗਾ। ਪ੍ਰਸ਼ਨ ਨੰਬਰ 38 ਜਹਾਂਗੀਰ ਦੁਆਰਾ ਸ਼ੁਰੂ ਕੀਤੀ ਗਈ ਕਿਤਾਬ ਤੁਝ ਕੇ ਜਹਾਂਗੀਰ ਨਾਂ ਦੀ ਆਤਮ ਕਥਾ ਕਿਸ ਨੇ ਪੂਰੀ ਕੀਤੀ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੀਆਂ ਆਪਣੇ ਕੋਲ, ਸੁਹੇਲ ਖਾਨ, ਇਸ਼ਤਹਾਕ ਖਾਨ, ਮੌਤਬਿੰਦ ਖਾਨ ਜਾਂ ਸ਼ਹਿਜਾਰ ਖਾਨ। ਤਾਂ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਜੀ ਆਪਸ਼ਨ ਨੰਬਰ 3 ਮੌਤਬਿੰਦ ਖਾਨ ਹੈਗੀ ਆ ਜਿਹੜੀ ਇਹ ਪੂਰੀ ਕੀਤੀ ਸੀਗੀ। ਪ੍ਰਸ਼ਨ ਨੰਬਰ 39 ਜਹਾਂਗੀਰ ਕਿਸ ਨੂੰ ਨਿਆਂ ਦਾ ਪ੍ਰਤੀਕ ਮੰਨਦਾ ਸੀ? ਤਾਂ 4 ਆਪਸ਼ਨ ਆ ਜਾਂਦੇ ਨੇ ਆਪਣੇ ਕੋਲ, ਚਾਂਦੀ ਦੀ ਜੰਜੀਰ ਨੂੰ, ਲੋਹੇ ਦੀ ਜੰਜੀਰ ਨੂੰ, ਤਾਂਬੇ ਦੀ ਜੰਜੀਰ ਨੂੰ ਜਾਂ ਸੋਨੇ ਦੀ ਜੰਜੀਰ ਨੂੰ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 4 ਸੋਨੇ ਦੀ ਜੰਜੀਰ ਨੂੰ ਨਿਆਂ ਦਾ ਪ੍ਰਤੀਕ ਮੰਨਦਾ ਸੀਗਾ। ਪ੍ਰਸ਼ਨ ਨੰਬਰ 40 ਜਹਾਂਗੀਰ ਦੇ ਸ਼ਾਸਨਕਾਲ ਸਮੇਂ ਕੌਣ ਮਸ਼ਹੂਰ ਚਿੱਤਰਕਾਰ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ ਆਪਣੇ ਕੋਲ, ਮਨਸੂਰ, ਮਨੋਹਰ, ਬਿਸ਼ਨ ਦਾਸ ਜਾਂ ਉਪਰੋਕਤ ਸਾਰੇ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਜੀ ਆਪਣੇ ਕੋਲ ਆਪਸ਼ਨ ਨੰਬਰ 4 ਉਪਰੋਕਤ ਸਾਰੇ। ਇਹ ਜਿਹੜੇ ਸਾਰੇ ਸੀਗੇ ਮਸ਼ਹੂਰ ਚਿੱਤਰਕਾਰ ਸੀਗੇ ਜਹਾਂਗੀਰ ਦੇ ਸ਼ਾਸਨਕਾਲ ਦੇ। ਪ੍ਰਸ਼ਨ ਨੰਬਰ 41 ਪਹਿਲੀ ਵਾਰ ਮੁਗਲ ਦਰਬਾਰ ਵਿੱਚ ਕਿਹੜਾ ਅੰਗਰੇਜ਼ ਆਇਆ ਸੀ? ਤਾਂ ਇਹਦੇ ਵਿੱਚ ਆਪਣੇ ਕੋਲ 4 ਆਪਸ਼ਨ ਆ ਜਾਂਦੇ ਨੇ ਜੀ, ਸਰ ਥਾਮਸ ਰੋ, ਐਡਵਰਡ ਟੈਰੀ, ਕੈਪਟਨ ਹਾਕਿੰਸ ਜਾਂ ਉਪਰੋਕਤ ਕੋਈ ਨਹੀਂ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਣੇ ਕੋਲ ਆਪਸ਼ਨ ਨੰਬਰ 3 ਕੈਪਟਨ ਹਾਕਿੰਸ। ਇਹ ਸੀਗਾ ਜਿਹੜਾ ਪਹਿਲਾ ਅੰਗਰੇਜ਼ ਸੀ ਜਿਹੜਾ ਮੁਗਲ ਦਰਬਾਰ ਦੇ ਵਿੱਚ ਆਇਆ ਸੀ। ਪ੍ਰਸ਼ਨ ਨੰਬਰ 42 ਕਿਸ ਮੁਗਲ ਸ਼ਾਸਕ ਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਵਿੱਚ ਵਪਾਰ ਕਰਨ ਦਾ ਫਰਮਾਨ ਜਾਰੀ ਕੀਤਾ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ, ਅਕਬਰ ਨੇ, ਸ਼ਾਹਜਹਾਂ ਨੇ, ਜਹਾਂਗੀਰ ਨੇ ਜਾਂ ਔਰੰਗਜ਼ੇਬ ਨੇ। ਤਾਂ ਕਿਹੜੇ ਸ਼ਾਸਕ ਨੇ ਜਿਹੜਾ ਵਾ ਇਹ ਫਰਮਾਨ ਜਾਰੀ ਕਰਤਾ ਸੀਗਾ ਵੀ ਜਿਹੜੀ ਈਸਟ ਇੰਡੀਆ ਭਾਰਤ ਦੇ ਵਿੱਚ ਵਪਾਰ ਕਰ ਸਕਦੀ ਆ? ਤਾਂ ਉਹ ਕੀਤਾ ਸੀਗਾ ਜਹਾਂਗੀਰ ਨੇ। ਆਪਸ਼ਨ ਨੰਬਰ 3 ਹੈਗਾ ਆਪਣੇ ਕੋਲ ਰਾਈਟ ਆ ਜੂਗਾ। ਪ੍ਰਸ਼ਨ ਨੰਬਰ 43 ਕਿਸ ਅੰਗਰੇਜ਼ ਨੇ ਫਰੰਗੀ ਖਾਂ ਜਾਂ ਇੰਗਲਿਸ਼ ਖਾਂ ਦੀ ਉਪਾਧੀ ਪ੍ਰਾਪਤ ਕੀਤੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਆਪਣੇ ਕੋਲ, ਕੈਪਟਨ ਬੈਟਸ ਫਿੰਚ, ਕੈਪਟਨ ਵਿਲੀਅਮ ਹਾਕਿੰਸ ਜਾਂ ਮਿਡਨਗਲ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 3 ਕੈਪਟਨ ਵਿਲੀਅਮ ਹਾਕਿੰਸ। ਇਹਨੇ ਜਿਹੜੀ ਹੈਗੀ ਇੰਗਲਿਸ਼ ਖਾਂ ਦੀ ਉਪਾਧੀ ਹੈ ਜਿਹੜੀ ਪ੍ਰਾਪਤ ਕੀਤੀ ਸੀਗੀ। ਪ੍ਰਸ਼ਨ ਨੰਬਰ 44 ਜਹਾਂਗੀਰ ਦੁਆਰਾ ਕਿਸ ਕੰਪਨੀ ਨੂੰ ਸੂਰਤ ਵਿੱਚ ਕਾਰਖਾਨਾ ਲਗਾਉਣ ਦੀ ਆਗਿਆ ਦਿੱਤੀ ਗਈ? ਤਾਂ ਇਹਦੇ 4 ਆਪਸ਼ਨ ਆ ਜਾਂਦੇ ਨੇ, ਪੁਰਤਗਾਲੀ ਕੰਪਨੀ ਨੂੰ, ਯੂਨਾਈਟਿਡ ਕੰਪਨੀ ਨੂੰ, ਈਸਟ ਇੰਡੀਆ ਕੰਪਨੀ ਨੂੰ ਜਾਂ ਫਰਾਂਸੀਸੀ ਕੰਪਨੀ ਨੂੰ। ਤਾਂ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 3 ਈਸਟ ਇੰਡੀਆ ਕੰਪਨੀ ਨੂੰ ਸੂਰਤ ਦੇ ਵਿੱਚ ਕਾਰਖਾਨਾ ਲਗਾਉਣ ਦੀ ਜਿਹੜੀ ਆ ਅਨੁਮਤੀ ਹੈਗੀ ਉਹ ਦੇ ਦਿੱਤੀ ਸੀਗੀ। ਪ੍ਰਸ਼ਨ ਨੰਬਰ 45 ਇੰਗਲੈਂਡ ਦੇ ਤਤਕਾਲੀਨ ਰਾਜਾ ਜੇਮਸ ਦੁਆਰਾ ਕਿਸ ਅੰਗਰੇਜ਼ ਨੂੰ ਰਾਜਦੂਤ ਬਣਾ ਕੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਭੇਜਿਆ ਗਿਆ ਸੀ? ਤਾਂ ਜਿਹੜਾ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ, ਜਾਨ ਹਾਕਿੰਸ, ਵਿਲੀਅਮ ਟਾਡ, ਸਰ ਥਾਮਸ ਰੋ, ਸਰ ਵਾਲਟਰ ਰੋਲੋ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਜੀ
ਆਪਸ਼ਨ ਨੰਬਰ 3 ਸਰ ਟਾਮਸ ਰੋ ਨੂੰ ਹੈਗਾ ਜਿਹੜਾ ਜੇਮਸ ਦੁਆਰਾ ਰਾਜਦੂਤ ਬਣਾ ਕੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਭੇਜਿਆ ਗਿਆ ਸੀ। ਪ੍ਰਸ਼ਨ ਨੰਬਰ 46 ਸਰ ਟਾਮਸ ਰੋ ਕਦੋਂ ਭਾਰਤ ਆਇਆ ਸੀ? ਤੇ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ। 1615 ਈਸਵੀ ਦੇ ਵਿੱਚ, 1616 ਈਸਵੀ ਦੇ ਵਿੱਚ, 1617 ਈਸਵੀ ਦੇ ਵਿੱਚ ਜਾਂ 1618 ਈਸਵੀ ਦੇ ਵਿੱਚ। ਤਾਂ ਜਿਹੜਾ ਸਰ ਟਾਮਸ ਰੋ ਆਇਆ ਸੀ ਭਾਰਤ, ਉਹ ਆਇਆ ਸੀਗਾ 1615 ਈਸਵੀ ਦੇ ਵਿੱਚ। ਆਪਸ਼ਨ ਨੰਬਰ 1 ਆਪਣੇ ਕੋਲ ਰਾਈਟ ਆ ਜੂਗਾ। ਪ੍ਰਸ਼ਨ ਨੰਬਰ 47 ਜਹਾਂਗੀਰ ਅਤੇ ਸਰ ਟਾਮਸ ਰੋ ਕਿਸ ਜਗ੍ਹਾ 'ਤੇ ਮਿਲੇ ਸੀ? ਤੇ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ। ਆਗਰਾ ਦੇ ਵਿੱਚ, ਦਿੱਲੀ ਦੇ ਵਿੱਚ, ਅਜਮੇਰ ਦੇ ਵਿੱਚ ਜਾਂ ਫਤਿਹਪੁਰ ਸਿਕਰੀ ਦੇ ਵਿੱਚ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 3 ਅਜਮੇਰ ਦੇ ਵਿੱਚ ਜਿਹੜੀ ਇਹਨਾਂ ਦੀ ਮੁਲਾਕਾਤ ਹੋਈ ਸੀਗੀ। ਪ੍ਰਸ਼ਨ ਨੰਬਰ 48 ਸਰ ਟਾਮਸ ਰੋ ਕਿੰਨੇ ਸਾਲਾਂ ਤੱਕ ਜਹਾਂਗੀਰ ਦੇ ਦਰਬਾਰ ਦੇ ਵਿੱਚ ਰਿਹਾ ਸੀ? 1 ਸਾਲ ਤੱਕ, 2 ਸਾਲ ਤੱਕ, 3 ਸਾਲ ਤੱਕ ਜਾਂ 4 ਸਾਲ ਤੱਕ। ਤਾਂ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 3 ਸਾਲਾਂ ਤੱਕ ਜਿਹੜਾ ਵਾ ਸਰ ਟਾਮਸ ਰੋ ਜਹਾਂਗੀਰ ਦੇ ਦਰਬਾਰ ਦੇ ਵਿੱਚ ਰਿਹਾ ਸੀ। ਪ੍ਰਸ਼ਨ ਨੰਬਰ 49 ਕਿਸ ਵਿਦੇਸ਼ੀ ਯਾਤਰੀ ਨੇ ਜਹਾਂਗੀਰ ਦੇ ਸ਼ਾਸਨ ਕਾਲ ਦੌਰਾਨ ਭਾਰਤ ਦੀ ਯਾਤਰਾ ਕੀਤੀ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਆਪਣੇ ਕੋਲ। ਨਿਕੋਲੀ ਮੁਨਕੀ, ਫਾਈਦਰ ਮਾਸਰੇਟ, ਫਰਾਂਸਿਸਕੋ ਪਲਸਟ ਜਾਂ ਇਬਨ ਬਤੂਤਾ। ਤਾਂ ਇਹਦੇ ਵਿੱਚ ਰਾਈਟ ਆਨਸਰ ਆਊਗਾ ਫਰਾਂਸਿਸਕੋ ਪਲਸਟ। ਇਹਨੇ ਕੀ ਕੀਤਾ ਸੀਗਾ? ਯਾਤਰਾ ਕੀਤੀ ਸੀ ਜਹਾਂਗੀਰ ਦੇ ਸ਼ਾਸਨ ਕਾਲ ਦੇ ਦੌਰਾਨ ਭਾਰਤ ਦੀ। ਪ੍ਰਸ਼ਨ ਨੰਬਰ 50 ਪਹਾੜੀ ਸਕੂਲ, ਰਾਜਪੂਤ ਸਕੂਲ, ਕਾਂਗੜਾ ਸਕੂਲ ਅਤੇ ਮੁਗਲ ਸਕੂਲ ਤੋਂ ਕਿਸ ਕਲਾ ਸ਼ੈਲੀ ਬਾਰੇ ਪਤਾ ਲੱਗਦਾ ਹੈ? ਤਾਂ ਇਹਦੇ ਵਿੱਚ ਆਪਣੇ ਕੋਲ 4 ਆਪਸ਼ਨ ਆ ਜਾਂਦੇ ਨੇ ਜੀ। ਚਿੱਤਰਕਲਾ ਬਾਰੇ, ਸ਼ਿਲਪ ਕਲਾ ਬਾਰੇ, ਮੂਰਤੀ ਕਲਾ ਬਾਰੇ ਜਾਂ ਨਾਟਕ ਕਲਾ ਬਾਰੇ। ਤਾਂ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 1 ਚਿੱਤਰਕਲਾ। ਚਿੱਤਰਕਲਾ ਸ਼ੈਲੀ ਦੇ ਬਾਰੇ ਇਹਨਾਂ ਸਕੂਲਾਂ ਤੋਂ ਪਤਾ ਲੱਗਦਾ ਹੈ। ਪ੍ਰਸ਼ਨ ਨੰਬਰ 51 ਚਿੱਤਰਕਾਰੀ ਕਿਸ ਦੇ ਸ਼ਾਸਨ ਕਾਲ ਦੌਰਾਨ ਸਿਖਰ 'ਤੇ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ। ਅਕਬਰ ਦੇ, ਸ਼ਾਹਜਹਾਂ ਦੇ, ਜਹਾਂਗੀਰ ਦੇ ਜਾਂ ਔਰੰਗਜ਼ੇਬ ਦੇ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 3 ਜਹਾਂਗੀਰ ਦੇ ਸ਼ਾਸਨ ਕਾਲ ਦੇ ਦੌਰਾਨ ਜਿਹੜੀ ਆ ਚਿੱਤਰਕਾਰੀ ਸੀਗੀ ਉਹ ਸਿਖਰਾਂ 'ਤੇ ਸੀਗੀ। ਪ੍ਰਸ਼ਨ ਨੰਬਰ 52 ਜਹਾਂਗੀਰ ਦੁਆਰਾ ਕਿਸ ਕਲਾ ਨੂੰ ਉਤਸ਼ਾਹਿਤ ਕੀਤਾ ਗਿਆ? ਤੇ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ ਆਪਣੇ ਕੋਲ। ਸ਼ਿਲਪ ਕਲਾ ਨੂੰ, ਮੂਰਤੀ ਕਲਾ ਨੂੰ, ਨਾਟਕ ਕਲਾ ਨੂੰ ਜਾਂ ਚਿੱਤਰਕਲਾ ਨੂੰ। ਤਾਂ ਜਿਹੜਾ ਜਹਾਂਗੀਰ ਦੁਆਰਾ ਜਿਹੜੀ ਉਤਸ਼ਾਹਿਤ ਕੀਤਾ ਗਿਆ ਸੀਗਾ ਉਹ ਕੀਤਾ ਗਿਆ ਸੀਗਾ ਚਿੱਤਰਕਲਾ ਨੂੰ। ਆਪਸ਼ਨ ਨੰਬਰ 4 ਆਪਣੇ ਕੋਲ ਰਾਈਟ ਹੈ। ਪ੍ਰਸ਼ਨ ਨੰਬਰ 53 ਹੇਠ ਲਿਖਿਆਂ ਵਿੱਚੋਂ ਕਿਹੜੀ ਮੁਗਲ ਚਿੱਤਰਕਲਾ ਦੀ ਵਿਸ਼ੇਸ਼ਤਾ ਨਹੀਂ ਹੈ? ਦਰਬਾਰੀ ਚਿੱਤਰ, ਧਾਰਮਿਕ ਚਿੱਤਰ, ਯੁੱਧ ਚਿੱਤਰ ਜਾਂ ਪੁਰਾਣੀਆਂ ਕਥਾਵਾਂ। ਤਾਂ ਕਿਹੜੀ ਆ ਜਿਹੜੀ ਮੁਗਲ ਚਿੱਤਰਕਲਾ ਦੀ ਵਿਸ਼ੇਸ਼ਤਾ ਨਹੀਂ? ਉਹ ਹੈਗੀ ਆਪਣੇ ਕੋਲ ਆਪਸ਼ਨ ਨੰਬਰ 2 ਧਾਰਮਿਕ ਚਿੱਤਰ। ਪ੍ਰਸ਼ਨ ਨੰਬਰ 54 ਮੁਗਲ ਚਿੱਤਰਕਲਾ ਦੇ ਵਿਸ਼ੇ ਅਨੁਸਾਰ ਕਿਹੜਾ ਕਥਨ ਸਹੀ ਹੈ? ਦਰਬਾਰੀ ਚਿੱਤਰ, ਯੁੱਧ ਚਿੱਤਰ, ਪੁਰਾਣੀਆਂ ਕਥਾਵਾਂ ਜਾਂ ਉਪਰੋਕਤ ਸਾਰੇ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਣੇ ਕੋਲ ਆਪਸ਼ਨ ਨੰਬਰ 4 ਉਪਰੋਕਤ ਸਾਰੇ। ਇਹ ਜਿਹੜੇ ਸਾਰੇ ਸੀਗੇ ਇਹ ਮੁਗਲ ਚਿੱਤਰਕਲਾ ਦੇ ਵਿਸ਼ੇ ਦੇ ਅਨੁਸਾਰ ਕਥਨ ਇਹ ਸਹੀ ਆ। ਪ੍ਰਸ਼ਨ ਨੰਬਰ 55 ਪ੍ਰਸਿੱਧ ਚਿੱਤਰਕਾਰ ਮਨਸੂਰ ਕਿਸ ਦੇ ਸ਼ਾਸਨ ਕਾਲ ਵਿੱਚ ਆਇਆ ਸੀ? ਤਾਂ ਕਿਸ ਦੇ ਸ਼ਾਸਨ ਕਾਲ ਵਿੱਚ ਆਇਆ ਸੀ? ਅਕਬਰ ਦੇ, ਸ਼ਾਹਜਹਾਂ ਦੇ, ਜਹਾਂਗੀਰ ਦੇ ਜਾਂ ਔਰੰਗਜ਼ੇਬ ਦੇ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਣੇ ਕੋਲ ਆਪਸ਼ਨ ਨੰਬਰ 3 ਜਹਾਂਗੀਰ ਦੇ ਸ਼ਾਸਨ ਕਾਲ ਦੇ ਦੌਰਾਨ ਇਹ ਆਇਆ ਸੀਗਾ। ਪ੍ਰਸ਼ਨ ਨੰਬਰ 56 ਜਹਾਂਗੀਰ ਦੇ ਦਰਬਾਰ ਵਿੱਚ ਪਸ਼ੂ ਪੰਛੀਆਂ ਦਾ ਸਭ ਤੋਂ ਵੱਡਾ ਚਿੱਤਰਕਾਰ ਕੌਣ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ। ਬਾਸਵਾਨ, ਮਨਸੂਰ, ਸੈਦ ਅਲੀ ਤਰਬੀਜੀ, ਖਵਾਜਾ ਅਬਦੁਲ ਸਮਦ। ਤਾਂ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਣੇ ਕੋਲ ਆਪਸ਼ਨ ਨੰਬਰ 2 ਮਨਸੂਰ ਸੀਗਾ ਜਿਹੜਾ ਉਹ ਪਸ਼ੂ ਪੰਛੀਆਂ ਦਾ ਸਭ ਤੋਂ ਵੱਡਾ ਚਿੱਤਰਕਾਰ ਸੀਗਾ ਜਹਾਂਗੀਰ ਦੇ ਦਰਬਾਰ ਦੇ ਵਿੱਚ। ਪ੍ਰਸ਼ਨ ਨੰਬਰ 57 ਜਹਾਂਗੀਰ ਦੁਆਰਾ ਨਾਦਰ ਉਲ ਅਸਰ ਦੀ ਉਪਾਧੀ ਕਿਸ ਚਿੱਤਰਕਾਰ ਨੂੰ ਦਿੱਤੀ ਗਈ ਸੀਗੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ। ਮਨੋਹਰ ਨੂੰ, ਦੌਲਤ ਨੂੰ, ਮਨਸੂਰ ਨੂੰ ਜਾਂ ਬਿਸ਼ਨ ਦਾਸ ਨੂੰ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 3 ਮਨਸੂਰ ਨੂੰ ਨਾਦਰ ਉਲ ਅਸਰ ਦੀ ਜਿਹੜੀ ਉਪਾਧੀ ਹੈਗੀ ਇਹ ਜਹਾਂਗੀਰ ਦੁਆਰਾ ਦਿੱਤੀ ਗਈ ਸੀ। ਪ੍ਰਸ਼ਨ ਨੰਬਰ 58 ਹੇਠ ਲਿਖਿਆਂ ਵਿੱਚੋਂ ਕਿਹੜਾ ਜਹਾਂਗੀਰੀ ਚਿੱਤਰਕਾਰ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ। ਅਬਦੁਲ ਸਮਦ, ਅਬਦੁਲ ਹਸਨ, ਦਸਵੰਤ, ਮੀਰ, ਸੈਦ ਅਲੀ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 2 ਅਬੁਲ ਹਸਨ ਸੀਗਾ ਜਿਹੜਾ ਜਹਾਂਗੀਰੀ ਚਿੱਤਰਕਾਰ ਸੀਗਾ। ਪ੍ਰਸ਼ਨ ਨੰਬਰ 59 ਜਹਾਂਗੀਰ ਦੁਆਰਾ ਨਾਦਰ ਜੁਮਾ ਦੀ ਉਪਾਧੀ ਕਿਸ ਕਲਾਕਾਰ ਨੂੰ ਦਿੱਤੀ ਗਈ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ। ਦੌਲਤ ਨੂੰ, ਮਨਸੂਰ ਨੂੰ, ਅਬੁਲ ਹਸਨ ਨੂੰ ਜਾਂ ਬਿਸ਼ਨ ਦਾਸ ਨੂੰ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 3 ਅਬਦੁਲ ਹਸਨ ਨੂੰ। ਪ੍ਰਸ਼ਨ ਨੰਬਰ 60 ਹੇਠ ਲਿਖਿਆਂ ਵਿੱਚੋਂ ਕਿਸ ਚਿੱਤਰਕਾਰ ਨੂੰ ਜਹਾਂਗੀਰ ਨੇ ਆਪਣੇ ਰਾਜਦੂਤ ਦੇ ਨਾਲ ਈਰਾਨ ਭੇਜਿਆ ਸੀਗਾ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ। ਗੋਵਰਧਨ ਨੂੰ,
ਅਬੁਲ ਹਸਨ ਨੂੰ, ਬਿਸ਼ਨਦਾਸ ਨੂੰ ਜਾਂ ਮਨੋਹਰ ਨੂੰ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਣੇ ਕੋਲ ਆਪਸ਼ਨ ਨੰਬਰ 3 ਬਿਸ਼ਨਦਾਸ ਨੂੰ। ਜਿਹੜਾ ਬਿਸ਼ਨਦਾਸ ਨੂੰ ਭੇਜਿਆ ਸੀਗਾ ਈਰਾਨ ਦੇ ਸ਼ਾਹ ਅਬਾਸ ਪਹਿਲਾ ਦਾ ਜਿਹੜਾ ਚਿੱਤਰ ਬਣਾਉਣ। ਪ੍ਰਸ਼ਨ ਨੰਬਰ 61, ਮੁਗਲ ਕਾਲ ਦੇ ਕਿਸ ਚਿੱਤਰਕਾਰ ਨੂੰ ਪੂਰਬ ਦਾ ਰਾਫੇਲ ਕਿਹਾ ਜਾਂਦਾ ਹੈ। ਤਾਂ ਇਹਦੇ ਵਿੱਚ ਆਪਣੇ ਕੋਲ 4 ਆਪਸ਼ਨ ਆ ਜਾਂਦੇ ਨੇ ਜੀ, ਬਹਿਜਾਦ ਨੂੰ, ਜਹਾਂਗੀਰ ਨੂੰ, ਬਾਸਵਾਨ ਨੂੰ ਜਾਂ ਖਵਾਜਾ ਅਬਦੁਲ ਸਮਦ ਨੂੰ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਣੇ ਕੋਲ ਆਪਸ਼ਨ ਨੰਬਰ 1, ਬਹਿਜਾਦ ਨੂੰ ਪੂਰਬ ਦਾ ਰਾਫੇਲ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 62, ਪਹਾੜੀ ਚਿੱਤਰਕਲਾ ਦਾ ਉਥਾਨ ਕਿੱਥੇ ਹੋਇਆ। ਇਹਦੇ ਵਿੱਚ ਆਪਣੇ ਕੋਲ 4 ਆਪਸ਼ਨ ਆ ਜਾਂਦੇ ਨੇ ਜੀ, ਕਾਂਗੜਾ ਦੇ ਵਿੱਚ, ਵੈਸ਼ਾਲੀ ਦੇ ਵਿੱਚ, ਜੰਮੂ ਦੇ ਵਿੱਚ ਜਾਂ ਉਪਰੋਕਤ ਸਾਰੇ। ਤਾਂ ਜਿਹੜਾ ਆਪਣੇ ਕੋਲ ਰਾਈਟ ਆਨਸਰ ਆਊਗਾ ਉਹ ਆਊਗਾ ਜੀ ਆਪਸ਼ਨ ਨੰਬਰ 4, ਉਪਰੋਕਤ ਸਾਰੇ। ਇਹ ਸਾਰੀਆਂ ਜਗ੍ਹਾ ਦੇ ਉੱਤੇ ਜਿਹੜੇ ਪਹਾੜੀ ਚਿੱਤਰਕਲਾ ਦਾ ਉਥਾਨ ਹੋਇਆ ਸੀ। ਪ੍ਰਸ਼ਨ ਨੰਬਰ 63, ਮੁਗਲ ਕਾਲ ਵਿੱਚ ਕਿਹੜੇ ਅੰਗਰੇਜ਼ ਦੇ ਅਧੀਨ ਅੰਗਰੇਜ਼ਾਂ ਨੇ ਵਪਾਰ ਕਰਨ ਦੀ ਆਗਿਆ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਸੀਗੀ। ਤਾਂ ਇਹਦੇ ਵਿੱਚ ਆਪਣੇ ਕੋਲ 4 ਆਪਸ਼ਨ ਆ ਜਾਂਦੇ ਨੇ ਜੀ, ਕੈਪਟਨ ਹਾਕਿੰਸ, ਸਰ ਟਾਮਸ ਰੋ, ਐਡਵਰਡ ਟੇਰੀ ਜਾਂ ਉਪਰੋਕਤ ਕੋਈ ਨਹੀਂ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 2, ਸਰ ਟਾਮਸ ਰੋ। ਸਰ ਟਾਮਸ ਰੋ ਦੇ ਅਧੀਨ ਹੀ ਜਿਹੜੇ ਅੰਗਰੇਜ਼ਾਂ ਨੇ ਵਪਾਰ ਕਰਨ ਦੀ ਆਗਿਆ ਜਿਹੜੀ ਆ ਉਹ ਪ੍ਰਾਪਤ ਕੀਤੀ ਸੀਗੀ। ਪ੍ਰਸ਼ਨ ਨੰਬਰ 64, ਕਿਸ ਨਾਂ ਤੋਂ ਜਹਾਂਗੀਰ ਨੇ ਸਿੱਕੇ ਜਾਰੀ ਕਰਵਾਏ ਸੀ। ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ, ਪ੍ਰਣ, ਨਿਸਾਰ, ਦਿਨਾਰ, ਦਹਿਮ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ ਆਪਣੇ ਕੋਲ 2, ਨਿਸਾਰ। ਨਿਸਾਰ ਨਾਂ ਤੋਂ ਜਿਹੜਾ ਜਹਾਂਗੀਰ ਨੇ ਸਿੱਕੇ ਜਾਰੀ ਕਰਵਾਏ ਸੀਗੇ। ਪ੍ਰਸ਼ਨ ਨੰਬਰ 65, ਭਾਰਤ ਵਿੱਚ ਅੰਗਰੇਜ਼ਾਂ ਨੇ ਪਹਿਲਾ ਕਾਰੋਬਾਰੀ ਕੇਂਦਰ ਕਦੋਂ ਅਤੇ ਕਿੱਥੇ ਸਥਾਪਿਤ ਕੀਤਾ। ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ, 1613 ਈਸਵੀ ਸੂਰਤ ਵਿੱਚ, 1613 ਈਸਵੀ ਚੇਨਈ ਵਿੱਚ, 1613 ਈਸਵੀ ਮੁੰਬਈ ਵਿੱਚ, 1613 ਈਸਵੀ ਪਣਜੀ ਵਿੱਚ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 1, 1613 ਈਸਵੀ ਸੂਰਤ ਦੇ ਵਿੱਚ ਜਿਹੜਾ ਪਹਿਲਾ ਕਾਰਖਾਨਾ ਸਥਾਪਿਤ ਕੀਤਾ ਸੀਗਾ ਅੰਗਰੇਜ਼ਾਂ ਨੇ। ਪ੍ਰਸ਼ਨ ਨੰਬਰ 66, ਮੁਗਲ ਚਿੱਤਰਕਲਾ ਦਾ ਸੁਨਹਿਰੀ ਯੁੱਗ ਕਿਸ ਸ਼ਾਸਕ ਦੇ ਸਮੇਂ ਨੂੰ ਕਿਹਾ ਜਾਂਦਾ ਹੈ। ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਆਪਣੇ ਕੋਲ, ਹਮਾਯੂ ਦੇ, ਅਕਬਰ ਦੇ, ਜਹਾਂਗੀਰ ਦੇ ਜਾਂ ਸ਼ਾਹਜਹਾਂ ਦੇ। ਤਾਂ ਜਿਹੜਾ ਸੁਨਹਿਰੀ ਯੁੱਗ ਆ ਉਹ ਕਿਹਾ ਜਾਂਦਾ ਵਾ ਜੀ ਜਹਾਂਗੀਰ ਦੇ ਸ਼ਾਸਨ ਕਾਲ ਨੂੰ। ਪ੍ਰਸ਼ਨ ਨੰਬਰ 67, ਸਭ ਤੋਂ ਪਹਿਲਾਂ ਗੁਲਾਬ ਤੋਂ ਸੁਗੰਧ ਜਾਣੀ ਕਿ ਇਤਰ ਕੱਢਣ ਦੀ ਜਿਹੜੀ ਵਿਧੀ ਸੀਗੀ ਉਹ ਕਿਸ ਨੇ ਖੋਜੀ ਸੀ। ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ, ਨੂਰਜਹਾਂ ਨੇ, ਜਹਾਂਗੀਰ ਨੇ, ਅਸਮਤਾ ਬੇਗਮ ਨੇ ਜਾਂ ਗੁਲਬਦਨ ਬੇਗਮ ਨੇ। ਤਾਂ ਇਹਦੇ ਵਿੱਚ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਆਪਸ਼ਨ ਨੰਬਰ 3, ਅਸਮਤਾ ਬੇਗਮ। ਪ੍ਰਸ਼ਨ ਨੰਬਰ 68, ਐਤਮਾਦ ਉਦ ਦੌਲਾ ਦਾ ਮਕਬਰਾ ਕਿਸ ਨੇ ਬਣਵਾਇਆ ਸੀ। ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ, ਨੂਰਜਹਾਂ ਨੇ, ਜਹਾਂਗੀਰ ਨੇ, ਅਸਮਤਾ ਬੇਗਮ ਨੇ ਜਾਂ ਗੁਲਬਦਨ ਬੇਗਮ ਨੇ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 1, ਨੂਰਜਹਾਂ ਨੇ ਐਤਮਾਦ ਉਦ ਦੌਲਾ ਦਾ ਜਿਹੜਾ ਮਕਬਰਾ ਉਹ ਬਣਾਇਆ ਸੀ। ਪ੍ਰਸ਼ਨ ਨੰਬਰ 69, ਮੱਧਕਾਲ ਦੌਰਾਨ ਸਫੈਦ ਸੰਗਮਰਮਰ ਦਾ ਪਹਿਲੀ ਵਾਰ ਪ੍ਰਯੋਗ ਕਿਸ ਦੇ ਨਿਰਮਾਣ ਵਿੱਚ ਕੀਤਾ ਗਿਆ। ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਆਪਣੇ ਕੋਲ, ਸ਼ੇਰ ਸ਼ਾਹ ਦੇ ਮਕਬਰੇ ਦੇ ਵਿੱਚ, ਐਤਮਾਦ ਉਦ ਦੌਲਾ ਦੇ ਮਕਬਰੇ ਵਿੱਚ, ਬੀਬੀ ਦੇ ਮਕਬਰੇ ਵਿੱਚ, ਅਹਿਮਦ ਸ਼ਾਹ ਦੇ ਮਕਬਰੇ ਵਿੱਚ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਣੇ ਕੋਲ ਆਪਸ਼ਨ ਨੰਬਰ 2, ਐਤਮਾਦ ਉਦ ਦੌਲਾ ਦੇ ਮਕਬਰੇ ਦੇ ਵਿੱਚ। ਇਹ ਜਿਹੜਾ ਸਫੈਦ ਪੱਤਰ ਦਾ ਜਿਹੜਾ ਯੂਜ਼ ਆ ਪਹਿਲੀ ਵਾਰ ਕੀਤਾ ਗਿਆ ਸੀਗਾ। ਪ੍ਰਸ਼ਨ ਨੰਬਰ 70, ਨੂਰਜਹਾਂ ਨੇ ਐਤਮਾਦ ਉਦ ਦੌਲਾ ਦਾ ਮਕਬਰਾ ਕਦੋਂ ਬਣਵਾਇਆ ਸੀ। ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ ਆਪਣੇ ਕੋਲ, 1620 ਈਸਵੀ ਦੇ ਵਿੱਚ, 1625 ਈਸਵੀ ਦੇ ਵਿੱਚ, 1626 ਈਸਵੀ ਦੇ ਵਿੱਚ ਜਾਂ 1627 ਈਸਵੀ ਦੇ ਵਿੱਚ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਣੇ ਕੋਲ ਆਪਸ਼ਨ ਨੰਬਰ 3, 1626 ਈਸਵੀ ਦੇ ਵਿੱਚ ਜਿਹੜਾ ਇਹ ਮਕਬਰਾ ਬਣਾਇਆ ਗਿਆ ਸੀ। ਪ੍ਰਸ਼ਨ ਨੰਬਰ 71, ਫਤਿਹਪੁਰ ਸਿਕਰੀ ਵਿੱਚ ਲਾਲ ਪੱਥਰ ਨਾਲ ਬਣੇ ਸ਼ੇਖ ਸਲੀਮ ਚਿਸ਼ਤੀ ਦੇ ਮਕਬਰੇ ਨੂੰ ਕਿਸ ਨੇ ਸਫੈਦ ਸੰਗਮਰਮਰ ਦਾ ਬਣਵਾਇਆ ਸੀ। ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ, ਅਕਬਰ ਨੇ, ਜਹਾਂਗੀਰ ਨੇ, ਸ਼ਾਹਜਹਾਂ ਨੇ ਜਾਂ ਦਾਰਾ ਸਿਕੋ ਨੇ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਆਪਣੇ ਕੋਲ ਉਹ ਆਊਗਾ ਆਪਸ਼ਨ ਨੰਬਰ 2, ਜਹਾਂਗੀਰ ਨੇ। ਜਹਾਂਗੀਰ ਨੇ ਜਿਹੜਾ ਸ਼ੇਖ ਸਲੀਮ ਚਿਸ਼ਤੀ ਦਾ ਜਿਹੜੀ ਮਕਬਰਾ ਸੀ ਉਸ ਨੂੰ ਸੰਗਮਰਮਰ ਦਾ ਬਣਵਾਇਆ ਸੀ। ਪ੍ਰਸ਼ਨ ਨੰਬਰ 72, ਅਕਬਰ ਦੇ ਮਕਬਰੇ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ। ਤਾਂ ਇਹਦੇ ਵਿੱਚ ਆਪਣੇ ਕੋਲ 4 ਆਪਸ਼ਨ ਆ ਜਾਂਦੇ ਨੇ, ਜਹਾਂਦਾਰ ਨੇ, ਜਹਾਂਗੀਰ ਨੇ, ਸ਼ਾਹਜਹਾਂ ਨੇ ਜਾਂ ਸ਼ਹਿਰਯਾਰ ਨੇ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 2, ਜਹਾਂਗੀਰ ਨੇ। ਜਹਾਂਗੀਰ ਨੇ ਜਿਹੜਾ ਅਕਬਰ ਦੇ ਮਕਬਰੇ ਦਾ ਨਿਰਮਾਣ ਕਰਵਾਇਆ ਸੀ। ਪ੍ਰਸ਼ਨ ਨੰਬਰ 73, ਕਸ਼ਮੀਰ ਦਾ ਸ਼ਾਲੀਮਾਰ ਬਾਗ ਕਿਸ ਮੁਗਲ ਸ਼ਾਸਕ ਨੇ ਲਗਵਾਇਆ ਸੀ। ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਆਪਣੇ ਕੋਲ, ਅਕਬਰ ਨੇ, ਜਹਾਂਗੀਰ ਨੇ, ਸ਼ਾਹਜਹਾਂ ਨੇ ਜਾਂ ਹਮਾਯੂ ਨੇ। ਤਾਂ ਜਿਹੜਾ ਸ਼ਾਲੀਮਾਰ ਬਾਗ ਆ ਕਸ਼ਮੀਰ ਦਾ ਉਹ ਲਗਵਾਇਆ ਸੀਗਾ ਜੀ ਜਹਾਂਗੀਰ ਨੇ। ਆਪਸ਼ਨ ਨੰਬਰ 2 ਆਪਣੇ ਕੋਲ ਰਾਈਟ ਆ ਜੀ।
ਇਹ ਪ੍ਰਸ਼ਨ ਆ ਜਿਹੜਾ ਇੰਪੋਰਟੈਂਟ ਆ, ਇਸ ਨੂੰ ਯਾਦ ਰੱਖਿਓ। ਪ੍ਰਸ਼ਨ ਨੰਬਰ 74 ਮਨਸਬਦਾਰੀ ਪ੍ਰਥਾ ਵਿੱਚ ਦੋ ਅਸਪਾ ਅਤੇ ਸਹਿ ਅਸਪਾ ਪ੍ਰਥਾ ਸਭ ਤੋਂ ਪਹਿਲਾਂ ਕਿਸ ਨੇ ਸ਼ੁਰੂ ਕੀਤੀ? ਤੇ ਇਹਦੇ ਵਿੱਚ ਆਪਣੇ ਕੋਲ 4 ਆਪਸ਼ਨ ਆ ਜਾਂਦੇ ਨੇ ਜੀ, ਅਕਬਰ ਨੇ, ਜਹਾਂਗੀਰ ਨੇ, ਸ਼ਾਹਜਹਾਂ ਨੇ ਜਾਂ ਹਮਾਯੂ ਨੇ। ਤਾਂ ਜਿਹੜਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਉਹ ਆਊਗਾ ਆਪਣੇ ਕੋਲ ਆਪਸ਼ਨ ਨੰਬਰ 2 ਜਹਾਂਗੀਰ ਨੇ। ਜਹਾਂਗੀਰ ਨੇ ਹੀ ਜਿਹੜੀ ਆ ਦੋ ਅਸਪਾ ਅਤੇ ਸਹਿ ਅਸਪਾ ਦੀ ਜਿਹੜੀ ਪ੍ਰਥਾ ਗੀ ਉਹ ਸ਼ੁਰੂ ਕੀਤੀ ਸੀਗੀ। ਪ੍ਰਸ਼ਨ ਨੰਬਰ 75 ਨਿਆਂ ਦੇ ਲਈ ਬਾਦਸ਼ਾਹ ਨੂੰ ਫਰਿਆਦ ਕਰਨ ਦਾ ਅਧਿਕਾਰ ਕਿਸ ਨੇ ਪ੍ਰਦਾਨ ਕੀਤਾ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ, ਅਕਬਰ ਅਤੇ ਜਹਾਂਗੀਰ ਨੇ, ਜਹਾਂਗੀਰ ਨੇ ਜਾਂ ਅਕਬਰ ਨੇ ਜਾਂ ਸ਼ਾਹਜਹਾਂ ਅਤੇ ਜਹਾਂਗੀਰ ਦੋਨਾਂ ਨੇ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਣੇ ਕੋਲ ਆਪਸ਼ਨ ਨੰਬਰ 4 ਸ਼ਾਹਜਹਾਂ ਤੇ ਜਿਹੜਾ ਜਹਾਂਗੀਰ ਸੀ ਇਹਨਾਂ ਨੇ ਸਿੱਧੀ ਬਾਦਸ਼ਾਹ ਨੂੰ ਫਰਿਆਦ ਕਰਨ ਦੇ ਲਈ ਜਿਹੜੀ ਹੈਗੀ ਅਧਿਕਾਰ ਹੈਗਾ ਉਹ ਜਨਤਾ ਨੂੰ ਪ੍ਰਦਾਨ ਕਰ ਦਿੱਤਾ ਸੀਗਾ। ਪ੍ਰਸ਼ਨ ਨੰਬਰ 76 ਜਿਹੜਾ ਚਿੱਤਰਕਲਾ ਦਾ ਦੁਸ਼ਮਣ ਹੈ ਮੈਂ ਉਸ ਦਾ ਦੁਸ਼ਮਣ ਹਾਂ, ਇਹ ਸ਼ਬਦ ਕਿਸ ਮੁਗਲ ਸ਼ਾਸਕ ਨੇ ਕਹੇ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ, ਔਰੰਗਜ਼ੇਬ, ਜਹਾਂਗੀਰ, ਸ਼ਾਹਜਹਾਂ, ਖੁਸਰੋ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 2 ਜਹਾਂਗੀਰ। ਜਹਾਂਗੀਰ ਨੇ ਹੀ ਜਿਹੜੇ ਇਹ ਸ਼ਬਦ ਕਹੇ ਸੀ ਵੀ ਜਿਹੜਾ ਚਿੱਤਰਕਲਾ ਦਾ ਦੁਸ਼ਮਣ ਆ ਮੈਂ ਉਸ ਦਾ ਦੁਸ਼ਮਣ ਹਾਂ। ਪ੍ਰਸ਼ਨ ਨੰਬਰ 77 ਜਹਾਂਗੀਰ ਦੀ ਮੌਤ ਕਦੋਂ ਹੋਈ ਸੀ? ਤਾਂ ਇਹਦੇ ਵਿੱਚ 4 ਆਪਸ਼ਨ ਆ ਜਾਂਦੇ ਨੇ ਜੀ, 1613 ਈਸਵੀ ਦੇ ਵਿੱਚ, 1615 ਈਸਵੀ ਦੇ ਵਿੱਚ, 1618 ਈਸਵੀ ਦੇ ਵਿੱਚ ਜਾਂ 1627 ਈਸਵੀ ਦੇ ਵਿੱਚ। ਤਾਂ ਜਿਹੜੀ ਜਹਾਂਗੀਰ ਦੀ ਮੌਤ ਹੋਈ ਸੀਗੀ ਉਹ ਹੋਈ ਸੀਗੀ 1627 ਈਸਵੀ ਦੇ ਵਿੱਚ। ਆਪਸ਼ਨ ਨੰਬਰ 4 ਹੈਗਾ ਜਿਹੜਾ ਆਪਣੇ ਕੋਲ ਰਾਈਟ ਆ ਜਾਊਗਾ। ਪ੍ਰਸ਼ਨ ਨੰਬਰ 78 ਜਹਾਂਗੀਰ ਦਾ ਮਕਬਰਾ ਕਿੱਥੇ ਸਥਿਤ ਹੈ? ਤਾਂ ਇਹਦੇ ਵਿੱਚ ਆਪਣੇ ਕੋਲ 4 ਆਪਸ਼ਨ ਆ ਜਾਂਦੇ ਨੇ ਜੀ, ਵਡੋਦਰਾ, ਅਕੋਦਰਾ, ਸ਼ਹਾਦਰਾ ਜਾਂ ਸਿਕੰਦਰਾ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 3 ਸ਼ਹਾਦਰਾ। ਸ਼ਹਾਦਰਾ ਦੇ ਵਿੱਚ ਕੀ ਹੈਗਾ? ਜਹਾਂਗੀਰ ਦਾ ਮਕਬਰਾ। ਉਮੀਦ ਕਰਦਾ ਜੀ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਹੈਗੀ ਪਸੰਦ ਆਈ ਹੋਣੀ ਹੈ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਜੇਕਰ ਤੁਹਾਡਾ ਕੋਈ ਸੁਝਾਅ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਜੀ। ਇਦਾਂ ਦੀਆਂ ਹੀ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ ਜੀ।